गुर सागर रतनी पर पूरे, अमृत संत चुगै नहीं दूरे। हर रस चोग चुगै प्रभ पावैं, सरवर में हंस प्राणपत पावैं। वाहिगुरु जी का खालसा, वाहिगुरु जी की फतेह। ਅੱਜ मैं ਜਿਹੜੀ ਸਾਖੀ ਦੀ ਸਾਂਝ ਤੁਹਾਡੇ ਨਾਲ ਪਾਣ ਲੱਗੀ ਹਾਂ ਉਹਦਾ ਸਰਲੇਖ ਹੈ ਪਰਮ ਹੰਸ ਦੀ ਪਦਵੀ ਭਾਈ ਪਾਰੋ ਜੀ। ਸਿੱਖ ਧਰਮ ਦੀ ਆਪਣੀ ਇੱਕ ਨਿਵੇਕਲੀ ਹੀ ਜੀਵਨ ਜਾਂਚ ਹੈ। ਇਹ ਜੀਵਨ ਜਾਂਚ ਸਾਨੂੰ ਗੁਰੂ ਦੀ ਸਿੱਖਿਆ ਰਾਹੀਂ ਹੀ ਪ੍ਰਾਪਤ ਹੁੰਦੀ ਹੈ। ਗੁਰਬਾਣੀ ਵਿੱਚ ਬੜਾ ਹੀ ਪਿਆਰਾ ਫਰਮਾਨ ਆਂਦਾ ਹੈ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਜਦ ਅਸੀਂ ਇੱਕ ਗੁਰੂ ਦੀ ਬਾਣੀ ਨੂੰ, ਗੁਰੂ ਦੇ ਦਿੱਤੇ ਹੋਏ ਸ਼ਬਦ ਦੇ ਖਜ਼ਾਨੇ ਨੂੰ ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ, ਵਿਚਾਰ ਲੈਂਦੇ ਹਾਂ ਤੇ ਆਪਣੇ ਜੀਵਨ ਵਿੱਚ ਅਪਣਾ ਲੈਂਦੇ ਹਾਂ ਤੇ ਸਾਡਾ ਜੀਵਨ ਬੜਾ ਹੀ ਸੋਹਣਾ ਅਤੇ ਸੁਚੱਜਾ ਬਣ ਜਾਂਦਾ ਹੈ। ਸ਼ਾਇਦ ਅਸੀਂ ਇਸ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਤਿਹਾਸ ਵੱਲ ਚੱਲ ਕੇ ਆਓ ਭਾਈ ਪਾਰੋ ਜੀ ਦੇ ਜੀਵਨ ਤੋਂ ਦੇਖੀਏ ਕਿ ਕਿੱਦਾਂ ਉਹਨਾਂ ਨੂੰ ਪਰਮ ਹੰਸ ਦੀ ਪਦਵੀ ਤੋਂ ਨਿਵਾਜਿਆ ਗਿਆ ਸੀ। ਇਹ ਜੋ ਭਾਈ ਪਾਰੋ ਜੀ ਹੈਗੇ, ਇਹ ਡੱਲਾ ਨਗਰ ਦੇ ਰਹਿਣ ਵਾਲੇ ਸਨ। ਬੜੇ ਹੀ ਸ਼ਰਧਾਵਾਨ ਸਿੱਖ ਸਨ, ਬੜੇ ਹੀ ਦਲੇਰ ਸਨ, ਦ੍ਰਿੜ ਸਨ। ਇਹਨਾਂ ਦੇ ਚੰਗੀ ਸੋਚ ਕਰਕੇ, ਚੰਗੇ ਜੀਵਨ ਕਰਕੇ ਹੀ ਇਹਨਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਤਰਫੋਂ ਪਰਮ ਹੰਸ ਦੀ ਪਦਵੀ ਨਿਵਾਜੀ ਗਈ ਸੀ। ਬੜੇ ਹੀ ਘੁੜਸਵਾਰ ਵਿੱਚ ਨਿਪੁੰਨ ਸਨ, ਬੜਾ ਹੀ ਸ਼ੌਂਕ ਸੀ ਘੁੜਸਵਾਰੀ ਦਾ। ਗੁਰੂ ਦਰਸ਼ਨਾਂ ਲਈ ਨਿਤ ਪ੍ਰਤੀ ਆਣਾ, ਭਾਵੇਂ ਹਨੇਰੀ ਹੋਵੇ, ਝੱਖੜ ਹੋਵੇ, ਮੀਂਹ ਪੈ ਰਿਹਾ ਹੋਵੇ, ਗੁਰੂ ਦਰਸ਼ਨਾਂ ਲਈ ਇੰਨਾ ਪ੍ਰੇਮ ਸੀ ਕਿ ਵਗਦੇ ਦਰਿਆ ਨੂੰ ਵੀ ਘੋੜੇ ਸਮੇਤ ਪਾਰ ਕਰ ਜਾਂਦੇ ਸਨ। ਇਹਨਾਂ ਦੀ ਕਥਨੀ ਅਤੇ ਕਰਨੀ ਕਰਕੇ ਹੀ ਸੰਗਤ ਵਿੱਚ ਇਹਨਾਂ ਦਾ ਬੜਾ ਹੀ ਮਾਣ ਸਤਿਕਾਰ ਸੀਗਾ। ਇੱਕ ਦਿਨ ਭਾਈ ਪਾਰੋ ਜੀ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ, ਕਹਿ ਲਓ ਕਿ ਇੱਕ ਸਵਾਲ ਪੁੱਛਦੇ ਨੇ ਕਿ ਗੁਰੂ ਅੰਗਦ ਪਾਤਸ਼ਾਹ ਜੀ, ਇਹ ਪਰਮ ਹੰਸ ਕਿਹੋ ਜਿਹੇ ਹੁੰਦੇ ਹਨ? ਇਹਨਾਂ ਦੇ ਕੀ ਲੱਛਣ ਹੈਗੇ? ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਪਾਰੋ ਜੀ, ਆਓ ਅੱਜ ਤੁਹਾਨੂੰ ਹੰਸ ਦੀ ਵਿਚਾਰ ਦੱਸਦੇ ਹਾਂ। ਇਹ ਜੋ ਹੰਸ ਪਕਸ਼ੀ ਹੈਗਾ, ਇਹ ਜਾਂ ਤੇ ਸਮੁੰਦਰ ਦੇ ਕਿਨਾਰੇ ਜਾਂ ਝੀਲ ਦੇ ਕਿਨਾਰੇ ਆਪਣਾ ਟਿਕਾਣਾ ਕਰਦਾ ਹੈਗਾ। ਇਹਨੂੰ ਕੁਦਰਤ ਦੀ ਤਰਫੋਂ ਇੱਦਾਂ ਦੀ ਤਾਕਤ ਬਖਸ਼ੀ ਹੁੰਦੀ ਹੈ ਕਿ ਆਪਣੀ ਚੁੰਝ ਦੇ ਨਾਲ ਪਾਣੀ ਅਤੇ ਦੁੱਧ ਨੂੰ ਵੱਖ-ਵੱਖ ਕਰ ਲੈਂਦਾ ਹੈ। ਇਸੇ ਤਰ੍ਹਾਂ ਜੋ ਗੁਰੂ ਦਾ ਸ਼ਬਦ ਹੈਗਾ, ਉਹ ਸਾਡੇ ਲਈ ਹੀਰੇ ਅਤੇ ਮੋਤੀਆਂ ਦੇ ਸਮਾਨ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਜਦੋਂ ਮਨੁੱਖ ਇਸ ਸ਼ਬਦ ਨੂੰ ਪੜ੍ਹ ਲੈਂਦਾ ਹੈ, ਵਿਚਾਰ ਲੈਂਦਾ ਹੈ, ਇਸ ਦੇ ਰਾਹੀਂ ਜਦੋਂ ਗਿਆਨ ਪ੍ਰਾਪਤ ਕਰ ਲੈਂਦਾ ਹੈ ਤੇ ਉਹ ਹੰਸ ਦੀ ਚੁੰਝ ਵਰਗਾ ਹੁੰਦਾ ਹੈਗਾ। ਤੇ ਉਹ ਜੋ ਮਨੁੱਖ ਹੈ ਜਿਨ੍ਹਾਂ ਸ਼ਬਦ ਦੇ ਰਾਹੀਂ ਗਿਆਨ ਪ੍ਰਾਪਤ ਕਰ ਲੈਂਦਾ ਹੈ, ਉਹ ਫਿਰ ਸਰੀਰ ਅਤੇ ਆਤਮਾ ਦੇ ਭੇਦ ਨੂੰ ਵੱਖ-ਵੱਖ ਕਰਕੇ ਪਛਾਣ ਲੈਂਦਾ ਹੈ। ਨਾਲੇ ਜੋ ਗੁਰਸਿੱਖ ਹੈਗੇ, ਜੋ ਸੰਸਾਰ ਵਿੱਚ ਵਿਚਰਦੇ ਪਏ ਹੈ, ਜਿਨ੍ਹਾਂ ਨੇ ਸ਼ਬਦ ਦੇ ਰਾਹੀਂ ਉਸ ਗਿਆਨ ਨੂੰ ਪ੍ਰਾਪਤ ਕਰ ਲਿਆ ਹੈ, ਉਹਨਾਂ ਨੂੰ ਮਨਮਤ ਅਤੇ ਗੁਰਮਤ ਪਛਾਣਨ ਵਿੱਚ ਕੋਈ ਗਲਤੀ ਨਹੀਂ ਕਰਦੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਪਾਰੋ ਜੀ, ਇਹ ਜੋ ਹੰਸ ਹੈਗਾ, ਇਹਦੇ ਸਮਾਨ ਜੋ ਮਨੁੱਖ ਹੈ, ਪਰਮ ਹੰਸ ਦੇ ਸਮਾਨ ਜੋ ਮਨੁੱਖ ਹੈਗਾ, ਇਹ ਆਪਣੀ ਲਿਵ ਹਮੇਸ਼ਾ ਉਸ ਪਰਮਾਤਮਾ ਵਿੱਚ ਲਾ ਕੇ ਰੱਖਦਾ ਹੈ। ਤੇ ਉਸ ਤੋਂ ਬਾਅਦ ਭਾਈ ਪਾਰੋ ਜੀ ਪੁੱਛਦੇ ਨੇ ਕਿ ਗੁਰੂ ਪਾਤਸ਼ਾਹ ਜੀ, ਇੱਦਾਂ ਦਾ ਅੰਤਰਮੁਖੀ ਇਸ ਸੰਸਾਰ ਵਿੱਚ ਕਿਵੇਂ ਰਵੇਗਾ
नाले गृहस्थ ते चिक्कड़ दी न्याई वर्गा है। गुरु पातशाह जी कहंदे ने एक गल दस पाई पारो, ये जो कमल हैगा ये जल विच ही खिलदा हैगा ते फिर भी जल विच रहिंदे होए भी वो जल तो हमेशा निर्लेप रहिंदा है, हमेशा सूरज वल तकदा रहिंदा है। इसी तरह जो परम हंस समान मनुख हैगे ना, वो अपनी लिव नूं कदे भी उस परमात्मा दे नाल नहीं तोड़दे। उन्हां नूं माइक पदार्थ कदे भी चिंबड़दे नहीं है, ताही ते उस प्रभु दी दरगाह विच परवान हो जाते हैं। पंच परवान पंच प्रधान, पंचे पावें दरगाह मान, पंचे सोहें दर राजान, पंचा का गुर एक त्यान। गुरु पातशाह जी कहंदे ने भाई पारो, इस शब्द दी चोग चुग, शब्द दा धारणी बन ते उस निरंकार विच अपना चित ला लै। फिर वो जो बाहरले सारे पदार्थ है ना, इन्हां तो तू मुक्त हो जाना है। भाई गुरदास जी ने बड़ी ही प्यारी पंक्ति लिखी है, पारो जुल्का परम हंस, पूरे सतगुर किरपा धारी। भाई पारो जी ने गुरु पातशाह जी दे सिक्ख्या लैके परम हंस की पदवी धारण की, अपने परिवार नूं सिੱਖੀ पासे प्रेरिया, नाले होरां नूं भी सिੱਖੀ वास्ते उन्हां ने प्रेरिया। सचमुच गुरु दी बख्शी हुई जीवन जांच है ही ऐदां दी, जो अपना आप ते सवारदी है, नाले इस समाज विच रह के चानण मुनारे दा काम करदी है ते एक सोने समाज दी ओ मनुख सिरजना करदा है। गुरु पातशाह जी की तरफों जो सानू ये बाणी दी दात मिली है, अनमोल शब्द दा खजाना मिलिया है, इनू असी पढ़ के विचार के अपने जीवन नू एक परमहंस वगर ही ते बना सकते हाँ। क्योंकि जब तक मनुख उस शब्द दे नाल अपने आप नू नहीं सवारेगा, ता तक सुख प्राप्त ही नहीं होना। फरीद जी बड़ा ही प्यारा फरमान देंदे हन, आप सवारे मैं मिले, मैं मिलिया सुख होए। साखी सुनांदियां होइयां अनेकां भुल्लां चुक्कां दी खिमा। वाहिगुरू जी का खालसा, वाहिगुरू जी की फतेह।